ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਸਪੀਕਰ ਸਾਹਿਬ ਮੀਟਿੰਗਾਂ ਸੱਦ ਰਹੇ ਆ, ਕਹਿੰਦੇ 16 ਨੂੰ ਮੀਟਿੰਗ ਸੱਦੀ ਹੈ ਤੇ ਕਿਸਾਨ ਆਗੂਆਂ ਸਮੇਤ ਮਾਹਰ ਵੀ ਸ਼ਾਮਲ ਹੋਣਗੇ। ਹਾਂਜੀ ਦੇਖੋ, ਇਹ ਜੀਐਮ ਸਰੋਂ ਦੇ ਮੁੱਦੇ ਤੇ ਇਹਨਾਂ ਨੇ ਸੱਦ ਲਈ ਹੈ ਮੀਟਿੰਗ। ਮੇਰੇ ਖਿਆਲ ਨਾਲ ਆਪਾਂ ਅੱਗੇ ਵੀ ਇੱਕ ਦਿਨ ਇਹਨਾਂ ਦੀ ਮੀਟਿੰਗ ਦੀ ਗੱਲ ਕੀਤੀ ਸੀਗੀ ਕਿ ਹਾਂਜੀ ਮੀਟਿੰਗ ਸੱਦਣੀ ਜਿਹੜੀ ਆ ਉਹ ਇਹਨਾਂ ਦਾ ਕੰਮ ਨਹੀਂ ਹੈ। ਵੈਸੇ ਤਾਂ ਚਲੋ ਸੱਦ ਸਕਦੇ, ਕੋਈ ਇਹਨਾਂ ਨੂੰ ਰੋਕ ਵੀ ਨਹੀਂ ਹੈਗੀ ਸਪੀਕਰ ਸਾਹਿਬ ਨੇ, ਪਰ ਆਮ ਤੌਰ ਤੇ ਆਪਾਂ ਕੀ ਦੇਖਦੇ ਆ ਕਿ ਜਿਹੜੇ ਨੀਤੀਗਤ ਫੈਸਲੇ ਹੁੰਦੇ ਉਹ ਸਰਕਾਰਾਂ ਲੈਂਦੀਆਂ ਜੀ ਤੇ ਜਿਹੜੇ ਸਪੀਕਰ ਹੁੰਦੇ ਨੇ ਉਹ ਵਿਧਾਨ ਸਭਾ ਦਾ ਕੰਮਕਾਜ ਹੀ ਦੇਖਦੇ ਆ। ਪਰ ਗੱਲ ਇਹ ਹੈ ਕਿ ਇੱਥੇ ਹੁਣ ਥੋੜਾ ਜਿਹਾ ਤੁਹਾਨੂੰ ਪਤਾ ਫੀਲਿੰਗ ਦਾ ਵੀ ਮਸਲਾ ਆ ਜਾਂਦਾ ਹੈ ਨਾ। ਹਾਂਜੀ ਇਹ ਤਾਂ ਜਦੋਂ ਕੱਲੇ ਐਮਐਲਏ ਸੀ ਉਦੋਂ ਵੀ ਕਹਿ ਦਿੰਦੇ ਸੀ ਕਿ ਆਇਮ ਦਾ ਗਵਰਨਮੈਂਟ ਹੈ, ਤੇ ਹੁਣ ਤਾਂ ਪਾਰਟੀ ਦੀ ਗਵਰਨਮੈਂਟ ਹੈ, ਤੇ ਹੁਣ ਮਾੜਾ ਜਿਹਾ ਗਵਰਨਮੈਂਟ ਵਾਲਾ ਜੇ ਫੀਲ ਹੀ ਨਾ ਆਇਆ ਤੇ ਫਿਰ ਮਜ਼ਾ ਕੀ ਹੈ। ਜੀ ਤਾਂ ਇਹ ਆ ਕਿ ਇਹ ਮੀਟਿੰਗ ਤੇ ਸੱਦ ਰਹੇ, ਚਲੋ ਠੀਕ ਹੈ, ਉਹਨੂੰ ਆਪਾਂ ਗਿਣ ਸਕਦੇ ਆ ਕਿ ਕੁਝ ਲੋਕ ਉਹਦਾ ਸਮਰਥਨ ਵੀ ਕਰ ਸਕਦੇ, ਕੁਝ ਲੋਕ ਉਹਦੀ ਮੁਖਾਲਫਤ ਵੀ ਕਰ ਸਕਦੇ ਆ। ਪਰ ਜਿਸ ਮੁੱਦੇ ਤੇ ਉਹ ਸੱਦ ਰਹੇ ਨੇ, ਇਹ ਕਮਾਲ ਦੀ ਗੱਲ ਹੈ ਕਿ ਇਹ ਬੜੀ ਦੇਰ ਬਾਅਦ ਮੈਂ ਪੰਜਾਬ ਦੇ ਵਿੱਚ ਵੇਖਿਆ ਕਿ ਚਰਚਾ ਹੋਣ ਜਾ ਰਹੀ ਹੈ। ਇਹ ਸੱਦ ਰਹੇ ਨੇ ਜੀਐਮ ਸਰੋਂ ਦੇ ਮੁੱਦੇ ਤੇ ਵਿੱਚ, ਠੀਕ ਹੈ, ਜੀਐਮ ਸਰੋਂ ਦੇ ਮੁੱਦੇ ਤੇ। ਤਾਂ ਇਹਦੇ ਚ ਕੀ ਹੈ ਕਿ ਹੁਣ ਇਹਨਾਂ ਨੇ ਜੈਨੇਟਿਕਲ ਮੋਡੀਫਾਈਡ ਜਿਹੜੀ ਸਰੋਂ ਹੈ ਉਹਦਾ ਬੀਜਣ ਦਾ ਰਸਤਾ ਪੱਧਰਾ ਕਰ ਦਿੱਤਾ ਇੰਡੀਆ ਚ। ਜਿੱਦਾਂ ਆਪਾਂ ਬੀਟੀ ਕਾਟਨ ਦੇਖਿਆ, ਫਿਰ ਬੈਂਗਣ ਦਾ ਤਾਂ ਰੌਲਾ ਪੈ ਗਿਆ ਸੀਗਾ। ਹਾਂਜੀ ਇਸ ਤਰ੍ਹਾਂ ਸਰੋਂ ਜਿਹੜੀ ਹੈ ਜੈਨੇਟਿਕਲੀ ਮੋਡੀਫਾਈਡ ਜਿਹੜੀ ਹੁੰਦੀ ਹੈ, ਜੀਐਮ ਸਰੋਂ ਜਿਹਨੂੰ ਕਹਿੰਦੇ ਆ, ਕਿ ਉਹਦੀ ਬਜਾਵਤ ਵੱਲ ਵੱਧ ਰਹੇ ਆ। ਤਾਂ ਹੁਣ ਇਹਦੇ ਤੇ ਕਿਸਾਨ ਆਗੂ ਜਾਂ ਇਹ ਰਲ ਮਿਲ ਕੇ ਚਰਚਾ ਕਰਨਗੇ ਕਿ ਬਈ ਕਿਸ ਤਰ੍ਹਾਂ ਇਹਦਾ ਵਿਰੋਧ ਕੀਤਾ ਜਾਵੇ। ਪਰ ਇਹ ਚੀਜ਼ ਜਿਹੜੀ ਆ ਉਹ ਪਿਛਲੇ 3 ਮਹੀਨਿਆਂ ਤੋਂ ਜਾਰੀ ਹੈ। ਪੰਜਾਬ ਦੇ ਵਿੱਚ ਇਹ ਚਰਚਾ ਇੰਨੇ ਸਮੇਂ ਬਾਅਦ ਚੱਲਣੀ ਸ਼ੁਰੂ ਹੋਈ ਆ, ਬਹੁਤ ਹੈਰਾਨਗੀ ਹੁੰਦੀ ਹੈ। ਵੈਸੇ ਮੈਨੂੰ ਯਾਦ ਆ ਅੱਜ ਵੀ ਕਿ ਇਹ ਪਹਿਲਾਂ ਵੀ ਗੱਲਾਂ ਚੱਲੀਆਂ ਸਨ 2015-16 ਦੇ ਕਰੀਬ, ਉਦੋਂ ਬਹੁਤ ਤਗੜਾ ਵਿਰੋਧ ਹੋਇਆ ਸੀਗਾ ਦੇਸ਼ ਦੇ ਵਿੱਚੋਂ, ਤੇ ਉਦੋਂ ਇਹਨਾਂ ਨੂੰ ਫੈਸਲਾ ਵਾਪਸ ਲੈਣਾ ਪਿਆ ਸੀ। ਉਹ ਐਤਕੀ ਵਿਰੋਧ ਜਿਹੜਾ ਬਹੁਤ ਘਟ ਗਿਆ ਹੈ। ਇਹ ਵੀ ਹੁੰਦਾ ਨਾ ਕਿ ਸਰਕਾਰਾਂ ਇੱਕ ਵਾਰੀ ਬੈਕਫੁੱਟ ਤੇ ਚਲੇ ਜਾਂਦੀਆਂ, ਫੇਰ ਆ ਜਾਂਦੀਆਂ ਨੇ, ਫੇਰ ਚਲੇ ਜਾਂਦੀਆਂ, ਫੇਰ ਆ ਜਾਂਦੀਆਂ, ਜਦ ਨੂੰ ਵਿਰੋਧ ਜਿਹੜਾ ਉਹ ਬਹੁਤ ਠੰਡਾ ਹੋ ਜਾਂਦਾ ਹੈ। ਬਾਕੀ ਹੁਣ ਦੇਖੋ ਇਹ ਯੋਜਨਾ ਕੀ ਉਲੀਕਦੇ ਆ, ਕੀ ਵਿਰੋਧ ਦਾ ਤਰੀਕਾ ਅਖਤਿਆਰ ਕਰਦੇ ਆ। ਪਰ ਜੀਐਮ ਸਰੋਂ ਜਿਹੜੇ ਉਹਦੇ ਹੱਕ 'ਚ ਆ, ਮੈਨੂੰ ਉਹਨਾਂ ਦੇ ਲੌਜਿਕ ਨਹੀਂ ਸਮਝ ਪਏ, ਮੇਰੇ ਪੱਲੇ ਨਹੀਂ ਪਏ ਜੀ। ਉਹ ਕਹਿੰਦੇ ਨੇ ਜੀ ਇਹਦੇ ਨਾਲ ਕੀ ਹੈ ਕਿ ਆਪਾਂ ਬਹੁਤ ਸਾਰਾ ਜਿਹੜਾ ਇਹ ਤੇਲ ਹੁੰਦਾ ਹੈ ਉਹ ਇੰਪੋਰਟ ਕਰਦੇ ਆ ਜੀ, ਸਾਡਾ ਮਤਲਬ ਕਿ ਬਹੁਤ ਘੱਟ ਬਜਾਵਤ ਹੁੰਦੀ ਹੈ। ਹੁਣ ਮਸਲਾ ਤੇ ਇਹ ਆ ਕਿ ਬਈ ਗੱਲ ਇਹ ਆ ਕਿ ਜਦ ਤੁਹਾਡੇ ਕੋਲ ਰਕਬਾ ਹੀ ਥੋੜਾ ਹੋਏਗਾ, ਝਾੜ ਤੇ ਆਪੇ ਉਹਨਾਂ ਹੀ ਨਿਕਲਣਾ, ਕਿਉਂਕਿ ਦੇਸ਼ ਬਹੁਤ ਵੱਡਾ ਹੈ। ਤੇਲ ਦੀ ਖਪਤ ਤੜਕੇ ਲਈ ਜਾਂ ਹੋਰ ਚੀਜ਼ਾਂ ਲਈ ਤੁਹਾਡੀ ਜਿਹੜੀ ਮਤਲਬ ਕਿ ਤੇਲ ਦੀ ਖਪਤ ਬਹੁਤ ਜ਼ਿਆਦਾ ਹੈ, ਕਿਉਂਕਿ ਬਾਜ਼ਾਰ ਬਹੁਤ ਵੱਡਾ ਜੀ। ਤਾਂ ਉਹਦੇ ਵਾਸਤੇ ਸਮੱਸਿਆ ਜਿੱਥੇ ਉੱਥੇ ਤੇ ਘੁੰਡੀ ਫੜੀ ਨਹੀਂ ਜਾਂਦੀ। ਸਮੱਸਿਆ ਇਹ ਹੈ ਕਿ ਜਿਹੜਾ ਭਾਅ ਆ ਸਰੋਂ ਦਾ ਉਹ ਵਾਜਬ ਨਹੀਂ ਦਿੱਤਾ ਜਾਂਦਾ, ਜਾਇਜ਼ ਨਹੀਂ ਦਿੱਤਾ ਜਾਂਦਾ। ਉਹਨੂੰ ਠੋਕ ਕੇ ਵਜਾ ਕੇ ਦਿਓ ਤਾਂ ਤੁਹਾਨੂੰ 2 ਸਾਲਾਂ ਦੇ ਵਿੱਚ ਹੀ ਨਤੀਜਾ ਵੇਖਣ ਨੂੰ ਮਿਲ ਜਾਏਗਾ। ਥੋੜਾ ਜਿਹਾ ਕਿਸਾਨਾਂ ਨੂੰ ਵੱਧ ਦੇ ਦਿਓ, ਬੀ ਫ੍ਰੀ ਦੇ ਦਿਓ, 1 ਸਾਲ ਸਰੋਂ ਹੀ ਸਰੋਂ ਕਰ ਦੇਣਗੇ ਸਾਰੇ ਜੀ। ਮਾਰਕੀਟਿੰਗ ਵਧੀਆ ਕਰਾ ਦਿਓ। तो ये चीज़ां ਜਿਹੜੀਆਂ ਨੇ ਇਹ ਕੋਈ ਲੌਜਿਕ ਮੈਨੂੰ ਠੀਕ ਨਹੀਂ ਲੱਗਿਆ ਕਿ ਰਕਬਾ ਵਧਾ ਕੇ ਤੁਸੀਂ ਰਵਾਇਤੀ ਸਰੋਂ ਦਾ ਝਾੜ ਬਰੋਬਰ ਹੀ ਆ। ਬੀਟੀ ਕਾਟਨ ਕੀ ਆ, ਜਦੋਂ ਬੀਟੀ ਕਾਟਨ ਆਏ ਅਸੀਂ ਨਰਮੇ ਬੈਲਟ 'ਚ ਜੰਮੇ ਪਲੇ ਆ, ਉਦੋਂ ਇਹ ਕਿਹਾ ਗਿਆ ਸੀ ਇਹਨੂੰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਅੱਜ ਪ੍ਰਵੀਨ ਜੀ 8-8 10-10 ਸਪਰੇਆਂ ਹੁੰਦੀਆਂ ਨੇ ਉਹਦੇ ਤੇ। ਝਾੜ ਕਿਹਾ ਗਿਆ ਸੀ ਸਾਨੂੰ ਇਹ 40-40 ਮਣ ਨਿਕਲੇਗਾ ਜੀ, 30 ਮਣ ਨਿਕਲੇਗਾ, ਆ ਸਵਾਹ ਨਿਕਲਦਾ ਪਿਆ ਜੀ। ਦੇਖ ਲਓ ਗੱਲ ਇਹ ਕਿ ਬੌਣਾ ਜਿਹਾ ਰਹਿ ਜਾਂਦਾ, ਮੇਰੇ ਗੋਡੇ ਤੱਕ ਦਾ ਬੂਟਾ ਰਹਿ ਜਾਂਦਾ। ਪਹਿਲਾਂ ਸਾਡੇ ਦੇਸੀ ਬੀ ਹੁੰਦੇ ਸਨ, ਉਹ ਜਿਹੜਾ ਛੱਤ ਤੇ ਪੱਖਾ ਲੱਗਾ ਹੁੰਦਾ ਏਡੀ ਦੂਰ ਬੂਟਾ ਚਲੇ ਜਾਂਦਾ ਉੱਚਾ। ਇਹ ਆ ਕਿ ਇਹ ਕੰਪਨੀਆਂ ਤੁਹਾਨੂੰ ਪਤਾ ਹੀ ਹੈ ਜਦੋਂ ਖੇਡ ਖੇਡਦੀਆਂ ਉਦੋਂ ਕੁਝ ਹੋਰ ਦੱਸਦੀਆਂ ਨੇ, ਬਾਅਦ ਦੇ ਵਿੱਚ ਇਹ ਜਿਹੜੇ ਵਿਗਿਆਨੀ ਬਣੇ ਫਿਰਦੇ ਨੇ ਨਾ, ਜਿਹੜੇ ਇਹੋ ਜਿਹੇ ਪੱਖ ਪੂਰਦੇ ਆ, ਇਹ ਮੁੜ ਕੇ ਉਦੋਂ ਰਿਟਾਇਰ ਹੋ ਕੇ ਤੇ ਡਲਹੌਜ਼ੀ ਬੈਠੇ ਹੁੰਦੇ ਨੇ, ਘਰ ਪਾ ਲਿਆ ਹੁੰਦਾ, ਉਦੋਂ ਇਹ ਗੁੰਮਨਾਮ ਹੋ ਜਾਂਦੇ ਨੇ। ਉਸ ਤੋਂ ਬਾਅਦ ਇਹ ਅਰਥ ਸ਼ਾਸਤਰੀ, ਅਰਥ ਨਹੀਂ ਮੈਂ ਇਹਨਾਂ ਨੂੰ ਕਹਿ ਦਿੰਦਾ ਹੁੰਦਾ ਕਿ ਇਹ ਅਧਰਮ ਤੇ ਅਨਰਥ ਸ਼ਾਸਤਰੀ ਨੇ, ਜਿਨ੍ਹਾਂ ਨੇ ਇਸ ਦੇਸ਼ ਦਾ ਇਹ ਜਿਹੜਾ ਸਾਡਾ ਰਵਾਇਤੀ ਬੀਜ ਸੀ, ਦੇਸੀ ਬੀਜ ਸੀ, ਉਹਦਾ ਵੀ ਨਾਸ ਕਰ ਦਿੱਤਾ ਜੀ। ਬਿਲਕੁਲ ਸਹੀ ਹੈ, ਬਿਲਕੁਲ ਮੁੜ ਕੇ ਭਾਲੇ ਨੇ। ਮੈਂ ਇਸ ਹੱਕ 'ਚ ਸਪੀਕਰ ਸਾਹਿਬ ਨੇ ਮੀਟਿੰਗ ਸੱਦੀ ਹੈ, ਇਹ ਮੁੱਦਾ ਚੁੱਕਿਆ, ਠੀਕ ਹੈ, ਕੁਝ ਰਵਾਇਤਾਂ ਹੁੰਦੀਆਂ ਨੇ, ਉਹ ਰਵਾਇਤ ਤੋਂ ਹਟ ਕੇ ਕੰਮ ਕਰ ਰਹੇ ਨੇ, ਉਹਦਾ ਕ੍ਰਿਟਿਸਿਜ਼ਮ ਵੀ ਹੋਏਗਾ, ਪਰ ਇਹ ਮੁੱਦਾ ਚੁੱਕਣਾ ਬਣਦਾ ਪੰਜਾਬ ਦੇ ਵਿੱਚੋਂ ਤੇ ਚੁੱਕਣਾ ਬਣਦਾ, ਕਿਉਂਕਿ ਸਾਡਾ ਜਿਹੜਾ ਇੱਕ ਫੂਡ ਹੈ, ਆ ਜਿਹੜਾ ਸਾਗ ਹੈ, ਉਹਨੂੰ ਵੀ ਖਤਰਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਜੀ।
ਬੇਸ਼ੱਕ ਉਹਨਾਂ ਨੂੰ ਉਹਨਾਂ ਦੇ ਉੱਤੇ ਉਹਨਾਂ ਦੇ ਇਖਤਿਆਰਾਤ ਨੂੰ ਲੈ ਕੇ ਉਂਗਲ ਉੱਠ ਸਕਦੀ ਹੈ, ਪਰ ਇਹ ਮੁੱਦਾ ਉਸ ਤੋਂ ਵੀ ਕਿਤੇ ਵੱਡਾ। ਜੀ ਜਿਹੜੇ ਸਰੋਂ ਵਾਲਾ।